पूरन नारायण है। गुर दयाल समरथ गुर गुरु नानक पतत उदाहरण है। चवर छतर तखत दे मालक साहिब श्री गुरु ग्रंथ साहिब जी की पवित्र हजूरी विच सुभाएमान गुरु स्वरूप गुरु प्यारी खालसा साध संगत की फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी के पवित्र अस्थान गुरुद्वारा श्री बंगला साहिब विखे आप सरबत संगतां हाजरीन हो। बड़ी सहजता दे नाल सिंह साहिब ज्ञानी रणजीत सिंह हुणा ने आप संगत नूं तुरकी बाणी दा फरमान सरवण करवाया है। श्री गुरु तेग बहादुर साहिब जी दे 400 साला प्रकाश उत्सव नूं समर्पित तिन्हां दी पवित्र बाणी दी जो विचार चल रही है, आओ उस अगामी विचार दे नाल जुड़ करके अपने समय नूं जीवन नूं सफला करन दा यतन करिए। सतनाम श्री वाहिगुरू साहिब जी। जन्म जन्म परमत फिरियो मिटियो ना जम को त्रासो। कहो नानक हर भज मना निरभय पावह बासो। श्री गुरु तेग बहादुर साहिब इस श्लोक दे विच दुनिया दे अंदर जो 84 लाख जूना दा गेड़ है, कर्मां दी मार भोगण लई जीव इन्हां जूना दे विच पै जांदा है और जीवन काल उसनूं जमा दा जो डर सताउंदा है, मौत दा जो डर सताउंदा है, उहदी निवृत्ति लई परमात्मा दे गीत गाउण दा हुक्म करदे ने। इत्थे कईयां जन्मां दा वेरवा बाणी दे विच मिलदा है। जन्म तो भाव है उत्पत्ति, पैदाइश, जीव दा जो मुढ़ है, आगाज है, आरंभ है। महाराज पातशाह कहंदे जन्मां दे विच बेअंत जूना दे विच भरमत फिरियो। भरमत का भाव है भ्रमण करना, पाउंदे फिरना। कहंदे कई जन्म जीव नूं धारने पे और हर जन्म दे विच उसनूं मौत का डर सताउंदा है, जमा का डर सताउंदा है, जम्मण मरण का डर सताउंदा है। जम लफ्ज़ ज़्यादातर गुरबाणी दे विच प्राण कढ़ण वाले देवते लई आया है। मैसेंजर ऑफ डैथ, मौत का जो देवता है, जिवें बाणी चाहुंदा ना, मन्नै जम कै साथ ना
ਜਾਏ। ਉਹ ਜਮਾਂ ਦੇ ਘਰ ਨਹੀਂ ਜਾਂਦੇ ਜਿਹੜੇ ਅਕਾਲ ਪੁਰਖ ਨੂੰ ਮੰਨਦੇ ਨੇ। ਜਮ ਲਫ਼ਜ਼ ਧਰਮਰਾਜ ਲਈ ਵੀ ਆਉਂਦਾ ਹੈ। ਜਮ ਦਰ ਬੱਧੇ ਮਾਰੀਆ ਹੈ, ਕੂਕ ਨਾ ਸੁਣੈ ਪੁਕਾਰ। ਜਮਾਂ ਦਾ ਦਰ, ਧਰਮਰਾਜੇ ਦਾ ਦਰ। ਕਹਿੰਦੇ ਜੋ ਮੌਤ ਦੇ ਦੇਵਤੇ ਦਾ ਡਰ ਹੈ, ਜੋ ਧਰਮ ਰਾਜੇ ਦਾ ਡਰ ਹੈ, ਜੋ ਜਨਮ ਦਾ ਡਰ ਹੈ। ਜਨਮ ਦਾ ਵੀ ਬੜਾ ਭੈ ਹੈ। ਕੋਈ 9-10 ਮਹੀਨੇ ਗਰਭ ਵਿੱਚ ਉਲਟੇ ਲਟਕੇ ਰਹਿਣਾ ਸੁਖਾਲਾ ਨਹੀਂ ਹੈ। ਕਈ ਵਾਰ ਗਰਭ ਵਿੱਚ ਹੀ ਬੰਦਾ ਗਲ ਜਾਂਦਾ ਹੈ। ਕਈਆਂ ਜੂਨਾਂ ਵਿੱਚ ਇਸੇ ਤਰ੍ਹਾਂ ਗਰਭ ਵਿੱਚ ਉਹਦਾ ਗਾਲਾ ਹੁੰਦਾ ਹੈ। ਕਈ ਵਾਰ ਉਤਪਤੀ ਹੋ ਜਾਂਦੀ ਹੈ। ਕਈ ਜੀਵਨ ਵਿੱਚ ਰੋਗ ਨੇ, ਕਈ ਸੋਗ ਨੇ। ਆਉਣ ਵਾਲਾ ਭਵਿੱਖ ਬੰਦੇ ਨੂੰ ਸਤਾਉਂਦਾ ਹੈ। ਜਿੰਨੇ ਵੀ ਦੁੱਖ ਨੇ, ਮਹਾਰਾਜ ਕਹਿੰਦੇ ਜਮਾਂ ਦਾ ਜਿਹੜਾ ਡਰ ਹੈ, ਭੈ ਹੈ, ਖੌਫ ਹੈ, ਤਰਾਸ ਹੈ, ਇਹ ਕਿਸੇ ਜੂਨ ਵਿੱਚ ਵੀ ਨਹੀਂ ਮਿਟਦਾ। ਹਰੇਕ ਨੂੰ ਮੌਤ ਦਾ ਡਰ ਹੈ। ਤੁਸੀਂ ਵੇਖੋ ਪਸ਼ੂ ਪੰਛੀ ਵੀ ਮੌਤ ਤੋਂ ਡਰਦੇ ਨੇ, ਕੋਈ ਮਰਨਾ ਨਹੀਂ ਚਾਹੁੰਦਾ। ਇਹਨਾਂ ਜੂਨਾਂ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਨੇ ਇਹ ਦੱਸਿਆ ਹੈ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਜੂਨਾਂ ਕੀ ਨੇ? ਪਰਮਾਤਮਾ ਤੋਂ ਜੁਦਾ ਹੋਣਾ। ਔਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਤੋਂ ਜਿਹੜੇ ਵੇਮੁਖ ਨੇ, ਪਰਮਾਤਮਾ ਤੋਂ ਜਿਹੜੇ ਦੂਰ ਨੇ, ਉਹ ਜੂਨਾਂ ਵਿੱਚ ਆਉਂਦੇ ਨੇ। ਜਿਹੜੇ ਪਰਮਾਤਮਾ ਨੂੰ ਯਾਦ ਕਰਦੇ ਨੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਨੇ, ਉਹ ਨਜ਼ਦੀਕ ਹੋ ਜਾਂਦੇ ਨੇ। ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਬੇਅੰਤ ਜੂਨਾਂ ਦਾ ਜ਼ਿਕਰ ਬਾਣੀ ਵਿੱਚ ਆਉਂਦਾ ਹੈ। ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਮਹਾਰਾਜ ਕਹਿੰਦੇ ਕਿਧਰੇ ਤੂੰ ਕੀੜਾ ਬਣਿਆ, ਕਿਧਰੇ ਤੂੰ ਹਾਥੀ ਬਣਿਆ ਹੈ, ਪਤੰਗਾ ਬਣਿਆ ਹੈ। ਇਹ ਜੀਵ ਇਉਂ ਬੇਅੰਤ ਜੂਨਾਂ ਵਿੱਚ ਤੂੰ ਆਇਆ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ ਅਨਕ ਜੋਨ ਭਰਮੈ ਭਰਮੀਆ। ਇਉਂ ਅਨੰਤ ਜੂਨਾਂ ਦੇ ਵਿੱਚ ਯੂ ਵਾਂਡਰਸ, ਤੈਨੂੰ ਘੁੰਮਣਾ ਪਿਆ, ਤੈਨੂੰ ਆਉਣਾ ਪਿਆ ਪਰਮਾਤਮਾ ਦੇ ਹੁਕਮ ਵਿੱਚ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ। ਸਵਾਂਗੀ ਹੁੰਦਾ ਹੈ ਜਿਹੜਾ ਨਕਲੀਆ ਹੋਵੇ, ਤੁਹਾਡੀ ਨਕਲ ਕਰੇ। ਜਿਵੇਂ ਕੋਈ ਬਾਜੀਗਰ ਖੇਡ ਪਾਉਂਦਾ ਹੈ, ਕੋਈ ਸਵਾਂਗੀ ਸਵਾਂਗ ਰਚਾਉਂਦਾ ਹੈ। ਕਹਿੰਦੇ ਜਿਵੇਂ ਸਵਾਂਗੀ ਦੇ ਕਈ ਰੂਪ ਨੇ, ਇੱਦਾਂ ਜੀਵ ਤੈਨੂੰ ਕਈ ਰੂਪ ਦੁਨੀਆ ਤੇ ਧਾਰਨੇ ਪਏ। ਜਿਉਂ ਪ੍ਰਭ ਭਾਵੈ ਤਿਵੈ ਨਚਾਵੈ। ਕਠਪੁਤਲੀਆਂ ਦੀ ਨਿਆਈ ਜੂਨਾਂ ਵਿੱਚ ਤੈਨੂੰ ਪਰਮਾਤਮਾ ਨਚਾਉਂਦਾ ਹੈ। ਉਹਦੇ ਹੁਕਮ ਦੇ ਵਿੱਚ ਤੈਨੂੰ ਜੂਨਾਂ ਮਿਲਦੀਆਂ ਨੇ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਸੋ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਇਹ ਸਾਰੀ ਖੇਡ ਚੱਲਦੀ ਹੈ। ਇੱਕ ਜਗ੍ਹਾ ਮਹਾਰਾਜ ਹੋਰ ਜ਼ਿਕਰ ਕਰਦੇ ਨੇ ਰਾਜ ਤੇ ਕੀਟ। ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਪਰਤੇ। ਕਿਰਪਾ ਨਿਧ ਛੋੜ ਆਨ ਕੋ ਪੂਜੇ, ਆਤਮ ਘਾਤੀ ਹਰਤੇ। ਇਹਦੇ ਅਰਥ ਸਮਝਿਓ। ਕਹਿੰਦੇ ਇਉਂ ਨਾ ਸਮਝ ਲਈ ਵੀ ਤੂੰ ਆਮ ਇਨਸਾਨ ਹੈ, ਤੈਨੂੰ ਹੀ ਕਰਮਾਂ ਦੀ ਮਾਰ ਭੋਗਣੀ ਪੈਂਦੀ ਹੈ। ਕਹਿੰਦੇ ਕੀੜੇ ਤੋਂ ਲੈ ਕੇ ਇੰਦਰ ਦੇਵਤੇ ਤੱਕ, ਜੋ ਦੇਵਤਿਆਂ 'ਚ ਮਹਾਨ ਦੇਵ ਹੈ। ਕਹਿੰਦੇ ਇਉਂ ਨਾਚੀਸ ਤੋਂ ਲੈ ਕੇ ਬੁਲੰਦ ਹਸਤੀ, ਜਿਤਨੇ ਵੀ ਦੁਨੀਆ ਦੇ ਉੱਤੇ ਪੈਦਾ ਹੋਏ ਨੇ, ਸਾਰੇ ਹੀ ਕਰਮਗਤ ਅਨੁਸਾਰ ਜਠਰ ਕੋ ਭਰਤੇ, ਗਰਭ ਵਿੱਚ ਆਉਂਦੇ ਨੇ, ਜੂਨਾਂ ਵਿੱਚ ਆਉਂਦੇ ਨੇ। ਸਾਰੇ ਅਕਾਲ ਪੁਰਖ ਦੇ ਹੁਕਮ ਵਿੱਚ ਨੇ। ਤੇਰੇ ਲਈ ਕੋਈ ਦੇਵਤਾ ਵੱਡਾ ਹੋ ਸਕਦਾ ਹੈ, ਪਰਮੇਸ਼ਵਰ ਦੇ ਲਈ ਸਾਰੇ ਨਾਚੀਜ਼ ਨੇ। ਚਾਹੇ ਕੀੜਾ ਹੈ,
ਚਾਹੇ ਲੋਕਾਈ ਵਿੱਚ ਸਭ ਤੋਂ ਕੋਈ ਬਲਵਾਨ ਪੁਰਸ਼ ਹੈ, ਕੋਈ ਰਾਜਾ ਹੈ, ਕੋਈ ਪੀਰ ਹੈ, ਕੋਈ ਰਹਿਬਰ ਹੈ, ਕੋਈ ਦੇਵਤਾ ਹੈ, ਸਾਰੇ ਹੀ ਕਰਮਾਂ ਦੀ ਮਾਰ ਹੇਠ ਨੇ। ਪਰਮਾਤਮਾ ਨੂੰ ਛੱਡ ਕੇ ਹੋਰਾਂ ਦੇ ਲੜ ਜਿਹੜੇ ਲੱਗੇ ਹੋਏ ਨੇ ਉਹ ਫਿਰ ਹੋਰਾਂ ਦੇ ਦਰ ਜੋਗੇ ਰਹਿ ਜਾਂਦੇ ਨੇ। ਮੁਕਤੀ ਪਰਮਾਤਮਾ ਦੇ ਨਾਲ ਲੱਗ ਕੇ ਹਾਸਲ ਹੋਣੀ ਸੀ, ਨਜ਼ਾਤ ਮਿਲਣੀ ਸੀ, ਰੱਬ ਤੋਂ ਦੂਰ ਹੋ ਗਏ, ਹੋਰਾਂ ਜੂਨਾਂ ਵਿੱਚ ਆਉਣਾ ਪੈ ਗਿਆ। ਕਹਿੰਦੇ ਹਰ ਬਿਸਰਤ ਤੇ ਦੁੱਖ ਦੁੱਖ ਮਰਤੇ ਅਨਕ ਬਾਰ, ਭ੍ਰਮਹਿ ਬਹੁ ਜੋਨੀ ਟੇਕ ਨਾ ਕਾਹੂ ਧਰਤੇ। ਜਦੋਂ ਪਰਮਾਤਮਾ ਤੋਂ ਦੂਰੀ ਬਣ ਗਈ ਫਿਰ ਜੂਨਾਂ ਵਿੱਚ ਦੂਰ ਹੀ ਰਹਿਣਾ ਪੈਂਦਾ ਹੈ, ਕਈਆਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਤਿਆਗ ਸੁਆਮੀ ਆਨ ਕੋ ਚਿਤਵਤ, ਮੂੜ ਮੁਗਧ ਖਲ ਖਰਤੇ। ਕਾਗਰ ਨਾਵ ਲੰਘੈ ਕਤ ਸਾਗਰ, ਬਿਰਥਾ ਕਥਤ ਹਮ ਤਰਤੇ। ਕਹਿੰਦੇ ਇਉਂ ਸਮਝ ਲਓ ਸੰਸਾਰ ਸਾਗਰ ਨੂੰ ਤਰਨ ਲਈ ਜਹਾਜ਼ ਚਾਹੀਦਾ ਹੈ, ਉਹ ਹੈ ਅਕਾਲ ਪੁਰਖ ਦਾ ਨਾਮ। ਜਿਨ੍ਹਾਂ ਦੇ ਆਸਰੇ ਅਸੀਂ ਹਾਂ ਉਹ ਨੇ ਕਾਗਜ਼ ਦੀਆਂ ਬੇੜੀਆਂ। ਪਰਮਾਤਮਾ ਤੋਂ ਲਹਿਦਾ ਹੋਰ ਕਿਸੇ ਦੇ ਲੜ ਲੱਗਣਾ ਇਉਂ ਹੈ ਜਿਵੇਂ ਕਾਗਜ਼ ਦੀ ਬੇੜੀ ਵਿੱਚ ਬੈਠ ਕੇ ਸਾਗਰ ਨੂੰ ਤਰਨ ਦਾ ਯਤਨ ਕਰਨਾ ਹੈ। ਸੋ ਕਹਿੰਦੇ ਡੁੱਬਣਾ ਪਵੇਗਾ। ਅਕਾਲ ਪੁਰਖ ਤੋਂ ਦੂਰੀ ਜੂਨਾਂ ਦਾ ਕਾਰਨ ਹੈ। ਅਕਾਲ ਪੁਰਖ ਤੋਂ ਦੂਰੀ 84 ਲੱਖ ਦੇ ਗੇੜ ਵਿੱਚ ਪਾ ਦਿੰਦੀ ਹੈ ਔਰ ਹਰ ਜੂਨ ਦੇ ਵਿੱਚ ਮੌਤ ਦਾ ਭੈ ਸਤਾਉਂਦਾ ਹੈ, ਜਮਾਂ ਦਾ ਤਰਾਸ ਡਰਾਉਂਦਾ ਹੈ। ਸੋ ਪਾਤਸ਼ਾਹ ਅੱਗੇ ਨਿਰਭਉ ਪਦਵੀ ਕਿਵੇਂ ਹਾਸਲ ਹੁੰਦੀ ਹੈ, ਮੌਤ ਦਾ ਭੈ ਕਿਵੇਂ ਨਿਵਰਤ ਹੁੰਦਾ ਹੈ, ਨਜ਼ਾਤ ਕਿਵੇਂ ਮਿਲਦੀ ਹੈ ਜੂਨਾਂ ਤੋਂ, ਲਿਬਰੇਸ਼ਨ ਕਿਵੇਂ ਮਿਲਦੀ ਹੈ, ਐਮੈਂਸੀਪੇਸ਼ਨ ਕਿਵੇਂ ਮਿਲਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਅੱਗੇ ਦੱਸਦੇ ਨੇ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵਹਿ ਬਾਸ। ਮਹਾਰਾਜ ਕਹਿੰਦੇ ਪਰਮਾਤਮਾ ਦਾ ਭਜਨ ਕਰ। ਹਰ ਲਫ਼ਜ਼ ਵਰਤਿਆ ਹੈ, ਹਰੀਬ ਧਾਤੂ ਤੋਂ ਬਣਿਆ। ਹਰ ਦਾ ਭਾਵ ਹੈ ਜੋ ਤੁਹਾਡੇ ਦੁੱਖ ਰੋਗ ਹਰ ਲੈਂਦਾ ਹੈ, ਅਗਿਆਨ ਤੁਹਾਡਾ ਹਰ ਲੈਂਦਾ ਹੈ, ਮਿਟਾ ਦਿੰਦਾ ਹੈ ਤੁਹਾਡੇ ਅਗਿਆਨ ਨੂੰ, ਰੋਗਾਂ ਸੋਗਾਂ ਨੂੰ, ਜੋ ਹਰਿਆ ਭਰਿਆ ਕਰਨ ਵਾਲਾ ਹੈ। ਕਹਿੰਦੇ ਉਹਦਾ ਭਜਨ ਕਰ। ਭਜ ਮਨਾ, ਹੇ ਮਨ ਉਸ ਦੀ ਸੇਵਾ ਕਰ, ਉਸ ਦੀ ਭਗਤੀ ਕਰ, ਉਸ ਨੂੰ ਅੰਗੀਕਾਰ ਕਰ, ਉਸ ਨੂੰ ਯਾਦ ਕਰਿਆ ਕਰ। ਹੁਣ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਖੌਫ ਨਹੀਂ। ਜਿਹੜਾ ਨਿਰਭਉ ਨੂੰ ਧਿਆਵੇਗਾ ਮਹਾਰਾਜ ਕਹਿੰਦੇ ਉਹ ਨਿਰਭਉ ਹੋ ਜਾਵੇਗਾ, ਉਹ ਬੇਖੌਫ ਹੋ ਜਾਵੇਗਾ, ਉਹ ਨਿਡਰ ਹੋ ਜਾਵੇਗਾ। ਨਿਰਭੈ ਪਾਵੈ ਬਾਸ। ਬਾਸ ਦਾ ਮਤਲਬ ਹੈ ਵਾਸਾ, ਵਾਸ ਕਰ ਲੈਣਾ। ਜਦੋਂ ਅਕਾਲ ਪੁਰਖ ਨੂੰ ਧਿਆਓਗੇ, ਅਕਾਲ ਪੁਰਖ ਵਿੱਚ ਇੱਕਮਿਕ ਹੋ ਜਾਓਗੇ, ਉਹ ਨਿਰਭਉ ਹੈ ਤੇ ਤੁਸੀਂ ਵੀ ਨਿਰਭਉ ਹੋ ਜਾਓਗੇ। ਇਹੀ ਤਰੀਕਾ ਹੈ ਮੌਤ ਦੇ ਡਰ ਤੋਂ ਰਹਿਤ ਹੋਣ ਦਾ, ਉਹ ਹੈ ਅਕਾਲ ਪੁਰਖ ਦੇ ਗੀਤ ਗਾਉਣੇ। ਫਿਰ ਜਮਾਂ ਦਾ ਡਰ ਨਹੀਂ, ਜਨਮਾਂ ਦਾ ਡਰ ਨਹੀਂ, ਧਰਮ ਰਾਜੇ ਦਾ ਡਰ ਨਹੀਂ, ਮੌਤ ਦੀ ਫਾਹੀ ਦਾ ਡਰ ਨਹੀਂ, ਦੁਸ਼ਮਣਾਂ ਦਾ ਡਰ ਨਹੀਂ। ਤੁਸੀਂ ਰੋਜ਼ ਪੜ੍ਹਦੇ ਹੋ ਨਿਤਨੇਮ ਵਿੱਚ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਕਹਿੰਦੇ ਨਿਰਭਉ ਨੂੰ ਜਪਣ ਵਾਲੇ ਨਿਰਭਉ ਹੋ ਜਾਂਦੇ ਨੇ। ਨਿਰਭਉ ਨੂੰ ਜਪਣ ਵਾਲੇ ਨਿਰਭਉ ਵਿੱਚ ਅਭੇਦ ਹੋ ਜਾਂਦੇ ਨੇ। ਜਿਹੜੀ ਨਦੀ ਸਾਗਰ ਵਿੱਚ ਮਿਲ ਜਾਵੇ ਉਹ ਸਾਗਰ ਦਾ ਰੂਪ ਹੋ ਜਾਂਦੀ ਹੈ। ਸੋ ਪਰਮਾਤਮਾ ਦੇ ਗੀਤ ਗਾ ਕੇ ਹੀ ਰੋਗਾਂ ਸੋਗਾਂ ਦਾ ਖੌਫ ਮਿਟਦਾ ਹੈ, ਮੌਤ ਦਾ ਭੈ ਮਿਟਦਾ ਹੈ। ਗੁਰੂ ਤੇ ਪਰਮੇਸ਼ਰ ਦੋ ਐਸੇ ਰੁਤਬੇ ਨੇ, ਇੱਕ ਜੋਤ ਹੈ, ਇੱਕ ਸਰੂਪ ਹੈ। ਜਿਹਦੀ ਸ਼ਰਨ ਜਾਇਆ ਮੌਤ ਦਾ ਖੌਫ ਨਹੀਂ ਰਹਿੰਦਾ। ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ
ਗੋਪਾਲਾ ਜਿਹੜੇ ਗੁਰੂ ਦੀ ਸ਼ਰਨ ਜਾਂਦੇ ਨੇ ਉਹ ਨਿਰਭਉ ਹੋ ਜਾਂਦੇ ਨੇ। ਦ ਫੀਅਰਲੈਸ। ਗੁਰੂ ਇਜ਼ ਦਾ ਸੇਵੀਅਰ ਐਂਡ ਦਾ ਪ੍ਰੋਟੈਕਟਰ। ਗੁਰੂ ਰੱਖਿਆ ਕਰਨ ਵਾਲਾ ਹੈ, ਜਮਾਂ ਦੇ ਡਰ ਤੋਂ ਨਿਜਾਤ ਦਿਵਾਉਣ ਵਾਲਾ ਹੈ, ਬੇਖੌਫ ਕਰਨ ਵਾਲਾ ਹੈ। ਦਿੱਲੀ ਦੇ ਲੋਕਾਂ ਨਾਲੋਂ ਵੱਧ ਕੇ ਹੋਰ ਕਿਹੜਾ ਜਾਣਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਬੇਖੌਫ ਕਰ ਦਿੰਦੀ ਹੈ। ਮਹਾਰਾਜ ਚਾਂਦਨੀ ਚੌਂਕ ਕੈਦ ਨੇ ਸਨਾਤਨ ਮਤ ਨੂੰ, ਹਿੰਦੂ ਮਤ ਨੂੰ ਰੱਖਣ ਦੇ ਲਈ, ਜੰਜੂ ਨੂੰ ਰੱਖਣ ਦੇ ਲਈ ਕੁਰਬਾਨੀ ਕਰਨ ਆਏ ਨੇ। ਔਰ ਹੈਰਾਨੀ ਇਸ ਗੱਲ ਦੀ ਹੈ, ਜਿਹੜਾ ਜੰਜੂ ਉਹ ਆਪ ਨਹੀਂ ਪਹਿਨਦੇ ਕਿਉਂਕਿ ਉਹ ਸਿੱਖ ਨੇ। ਜਿਹੜਾ ਜੰਜੂ ਬਚਪਨ ਵਿੱਚ ਗੁਰੂ ਨਾਨਕ ਸਾਹਿਬ ਨੇ ਪਹਿਨਣ ਤੋਂ ਮਨਾ ਕਰ ਦਿੱਤਾ ਹੈ, ਜਿਸ ਧਰਮ ਦੇ ਚਿੰਨ੍ਹ ਉੱਤੇ ਉਹਨਾਂ ਦਾ ਭਰੋਸਾ ਕੋਈ ਨਹੀਂ ਹੈ, ਅਕੀਦਾ ਕੋਈ ਨਹੀਂ ਹੈ, ਉਹ ਉਹਨਾਂ ਦੇ ਧਰਮ ਦਾ ਚਿੰਨ੍ਹ ਨਹੀਂ ਹੈ, ਉਸ ਧਰਮ ਦੇ ਚਿੰਨ੍ਹ ਨੂੰ ਰੱਖਣ ਲਈ ਆਪਾ ਵਾਰ ਦੇਣਾ ਤਾਂ ਕਿਹਾ ਜਾਂਦਾ ਹੈ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਕਿਉਂਕਿ ਆਪਣਿਆਂ ਲਈ ਸਿਰ ਦੇਣ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ, ਗੈਰਾਂ ਨੂੰ ਰੱਖਣ ਵਾਲਾ ਕੇਵਲ ਗੁਰੂ ਤੇਗ ਬਹਾਦਰ ਹੈ। ਹੁਣ ਜਿਹੜੇ ਧਰਮ ਨੂੰ ਤੁਸੀਂ ਬਿਲੋਂਗ ਨਹੀਂ ਕਰਦੇ, ਜਿਹੜੇ ਧਰਮ ਤੇ ਤੁਹਾਡਾ ਅਕੀਦਾ ਨਹੀਂ ਹੈ, ਜਿਹੜੇ ਧਰਮ ਦੇ ਚਿੰਨ੍ਹਾਂ ਦੇ ਤੁਸੀਂ ਧਾਰਨੀ ਨਹੀਂ, ਉਸ ਧਰਮ ਦੇ ਚਿੰਨ੍ਹ ਦੀ ਖਾਤਰ ਸਿਰ ਦੇਣਾ ਇਹ ਕੋਈ ਰਹਿਬਰ ਮਹਾਂਪੁਰਸ਼ ਨਹੀਂ ਕਰ ਸਕਿਆ। ਇਹ ਜਗਤ ਗੁਰੂ ਤੇਗ ਬਹਾਦਰ ਸਾਹਿਬ ਕਰ ਗਏ ਨੇ, ਕਿਉਂਕਿ ਉਹ ਸਾਰੇ ਜਗਤ ਦੇ ਖਸਮ ਨੇ। ਜਗਤ ਦੇ ਵਿੱਚ ਜਿਹੜਾ ਵੀ ਦੁਖੀ ਆਵੇਗਾ, ਜੋ ਸਰਣੇ ਆਵੇ ਤਿਸ ਕੰਠ ਲਾਵੈ ਹੋ ਬਿਰਧ ਸੁਆਮੀ ਸੰਦਾ। ਸਤਿਗੁਰ ਮੇਰਾ ਸਦਾ ਦਇਆਲਾ ਮੋਹੇ ਦੀਨ ਕੋ ਰਾਖ ਲਿਆ। ਮਹਾਰਾਜ ਪਾਤਸ਼ਾਹ ਸਭ ਨੂੰ ਰੱਖਣ ਵਾਲੇ ਨੇ। ਉਹਨਾਂ ਦੀ ਸ਼ਰਨ ਆਇਆ ਕਿਵੇਂ ਬੇਖੌਫ ਹੋਈਦਾ ਹੈ, ਕਦੇ ਇਤਿਹਾਸ ਪੜ੍ਹਿਓ। ਜਦੋਂ ਭੱਟ ਵਹੀ ਮੁਲਤਾਨੀ ਸਿੰਧੀ ਪੜ੍ਹਦੇ ਹੋ ਨਾ ਤੁਸੀਂ, ਉਸ ਇਤਿਹਾਸਕ ਦਸਤਾਵੇਜ਼ ਦੇ ਵਿੱਚ ਭਾਈ ਮਤੀ ਦਾਸ ਤੇ ਸਤੀ ਦਾਸ ਦੀ ਬੰਸ ਦਾ ਜ਼ਿਕਰ ਆਉਂਦਾ ਹੈ। ਉਹਦੇ 'ਚ ਜ਼ਿਕਰ ਮਿਲਦਾ ਹੈ ਗੈਲੇ ਮਤੀ ਦਾਸ, ਸਤੀ ਦਾਸ बेटे हीरा नंद के, पोते लखी दास के, पड़पोते पिरागा के, वंश गौतम का, सरस्वती भागवत गोत्रे शिबर ब्राह्मण मारे गए। उन्हां दी सारी वंश का जिक्र मिलता है। सके भरा ने मती दास ते सती दास। और गुरु अर्जन देव जी का जो अनन सिख है ना भाई पिरागा, भाई पिरागे दे परिवार विचों ने ते भाई पिरागा दी इन्हां दा जिक्र भाई गुरदास जी ने वारां विच कीता है। पुरख पिरागा शब्द आधारा, वो गुरु दे शब्द दे आसरे रहन वाला महापुरुष सी। वो गायत्री छड्ड के जपजी साहिब पढ़न लग पिया सी। भाई पिरागा गुरु दा सिख बन गया सी ते ओदी वंश दे विच ही भाई मती दास ते सती दास पैदा होए सन, जो चरनामृत छक के गुरु तेग बहादुर साहिब जी दे सिख बने सन। भाई मती दास जी गुरु दे दीवान सन। अमृत किस नूं मिलदा सी उदों? सिख कौन सजदा सी? बाणी दा भाई गुरदास जी दा ये मुबारक बोल है, पानी पखा पीहना पैर धोए चरनामृत पावै। गुरु दे दर ते पखे दी सेवा करनी, जल ढोण दी सेवा करनी, आटा पीसना। कोई भी गुरु दे दर ते जो सेवा करदा सी, सिमरन करदा सी, भजन करदा सी, जदों गुरु साहब खेड़े विच आउंदे सन ते चरनां दा अमृत बख्शदे सन, गुरु नानक तो लैके गुरु तेग बहादुर साहब तक। फिर 10वें जामे विच खंडे दी पौल गुरु गोबिंद सिंह ने बरसा दिती। खैर भाई मती दास, भाई सती दास, भाई दयाला जी आदक गुरु के चरनां दा अमृत लैके सिख सजे सन, हिंदू तो सिख बने सन। महिमा प्रकाश दे विच
ਸਾਖੀ 6ਵੀਂ है, जिक्र मिलता है मती दास गुरु के दीवान सिखी मोह पूरन प्रमाण। वो गायत्री नहीं सन पढ़ते, वो हिंदू तो सिख बन गए सन, जपजी पढ़ते सन। कहते ऐसे महान सिख सन भाई मती दास जी, उन्हां तो कई सिख सेध लेंदे सन भी सिक्खी किवें निभाउणी है। महाराज पातशाह दे दीवान ने, सेवक ने, सिख ने गुरु साहब नूं तसीहे दिते जा रहे ने। चांदनी चौंक जदों तसीहे दे रहे सन, रोह विच आए भाई मती दास ते सह सुभाग गलूए चों बोल निकलिया, पातशाह हुक्म करो ते दिल्ली ते लाहौर दी इट नाल इट वजा देवां। गुरु तेग बहादुर साहब ने ना झिड़किया ते झिड़क के भाई मती दास जी नूं पुछया है भी भाई मती दास जी, ये दिल्ली ते लाहौर दी इट नाल इट वजाउण वाली ताकत कित्थों प्राप्त कीती है, ये असमत कित्थों हासिल कीती है। ते प्रेम विच हथ जोड़ के निमरतावान हो के भाई मती दास ने कहा सी, गुरु साहब तुहाडे चरनां विचों तुहाडा नाम जप के, तुहाडे गीत गा के, भाणा मन के खेड़े विच रहण वाला खुद खुदा गुरु तेग बहादुर साहब दा ये जवाब सी। कहंदे भाई मती दास जी, जिस समुंदर तो जल दा तुबका हासिल करके शक्तिमान होए हो, उसे सागर दे सावें अगे अहंकार दे बोल करने ये ठीक नहीं। क्यों भुल जाते हो, गुरु समुंदर है ते सिख नदी है, ते समुंदर विच लखां नदियां प्रवेश करदियां ने, समुंदर उछलदा नहीं, ते नदी विच थोड़ा जिहा जल भी होवे ते उछलन लग पैंदी है। ठीक है, तुहानूं असीं करामात दित्ती है, पर उछलना छड्ड दिओ। गुरु दे पाक बोल सन, जिन समुंदर ते जल कन पावै, पुन तिस आगै, गर्भ जनावै, आपन आप को करहै बखान, जिस तो लीनस तिस नह जान। अपने आप नूं प्रगट कर रहे हो, ताकत विखा रहे हो, जिथों ताकत हासिल कीती है क्यों भुल गए हो। सागर सुक नहीं गया, उचों लखां नदियां बाहर निकल जाण, लखां नदियां उहदे च प्रवेश कर जाण, सागर आनंद विच रहिंदा है। उहनूं ना कोई घाटा ते ना कोई वाधा, ना घाट है ना बाढ़ है, ना घाट बाढ़ होत है। गुरु ग्रंथ साहिब कहंदे, गुरु समुंद नदी सब सिखी, नाता जित वडियाई। गुरु सागर है अजमत दा, सिख नदी है, ते सागर दे सावें नदी बात करे भी मैं इट नाल इट खड़का दवां दिल्ली लाहौर दी। ये बात पातशाह कहंदे ठीक नहीं है। ਜਿਹੜੇ ਗੁਰਮੁਖ ਹੁੰਦੇ ਨੇ ਨਾ ਭਾਈ ਮਤੀ ਦਾਸ ਜੀ, ਉਹ ਪ੍ਰਭੂ ਦੇ ਭਾਣੇ ਵਿੱਚ, ਪ੍ਰਭੂ ਦੇ ਹੁਕਮ ਵਿੱਚ ਦੁੱਖ ਸੁੱਖ ਜਰਦੇ ਨੇ। ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੈ। ਸੋ ਆਪਣੀ ਤਾਕਤ ਨੂੰ ਜਰਨਾ ਸਿੱਖੋ। ਜਿਹੜਾ परमात्मा ਦੇ ਹੁਕਮ ਦੀ ਅਦੂਲੀ ਕਰਦਾ ਹੈ, ਉਹਦੇ ਨਾਲ परमात्मा ਨਾਰਾਜ਼ ਹੁੰਦਾ ਹੈ। ਜੇ ਅੱਜ ਮੌਤ ਤੋਂ ਡਰ ਕੇ ਆਪਾਂ ਅਜ਼ਮਤ ਵਿਖਾਈ ਤੇ ਲੋਕਾਂ ਕਹਿਣਾ ਜੇ ਗੁਰੂ ਖੁਦਾ ਦਾ ਸਰੂਪ ਸੀ ਤੇ ਕਰਮਗਤ ਵਿੱਚ ਜਦੋਂ ਸ਼ਹੀਦੀ ਲਿਖੀ ਹੈ, ਮੌਤ ਲਿਖੀ ਹੈ, ਮੌਤ ਤੋਂ ਭੈ ਭੀਤ ਹੋ ਕੇ ਸ਼ਕਤੀਆਂ ਵਿਖਾਉਣ ਲੱਗ ਪਿਆ। ਅੱਜ ਭਾਣਾ ਮੰਨਣ ਦਾ ਸਮਾਂ ਹੈ ਭਾਈ ਮਤੀ ਦਾਸ ਜੀ। ਬਾਣੀ ਦਾ ਫਰਮਾਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਬਾਪੂ ਦੇ ਦੋ ਕਾਕੇ ਹੋਣ, ਇੱਕ ਹੁਕਮ ਦੂਲੀ ਕਰੇ, ਇੱਕ ਆਗਿਆ 'ਚ ਰਵੇ, ਤੇ ਪਿਤਾ ਖੁਸ਼ ਕਿਹਦੇ ਤੇ ਹੁੰਦਾ ਹੈ? ਜਿਹੜਾ ਆਗਿਆ ਵਿੱਚ ਚੱਲਦਾ ਹੈ। ਜਿਹੜਾ ਆਗਿਆ ਨਹੀਂ ਮੰਨਦਾ ਉਹਨੂੰ ਤੇ ਬੇਦਖਲ ਕਰ ਦਿੰਦਾ ਹੈ। ਪਰਮਾਤਮਾ ਦੀ ਖੁਸ਼ੀ ਹੁਕਮ ਮੰਨਣ ਵਿੱਚ ਹੈ। ਖਸਮ ਦਾ ਮਹਿਲ ਉਹ ਪਾ ਸਕਦਾ ਹੈ ਜੋ ਹੁਕਮ ਮੰਨਦਾ ਹੈ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਖਸਮ ਨੂੰ ਜੋ ਭਾ ਜਾਵੇ ਉਹ ਸਿਰ ਨਿਵਾ ਕੇ ਮੰਨ ਲਵੇ ਤੇ ਮਹਾਰਾਜ ਕਹਿੰਦੇ ਮਨ ਚਿੰਦੇ ਫਲ ਪ੍ਰਾਪਤ ਹੁੰਦੇ ਨੇ।
परमात्मा दे हुक्म विच चलना ही चाहिदा है। कहंदे तां दरगाह पैंदा जाए सी ओदी वडियाई दरगाह विच भी है। दरगाह विच उसनूं जगह मिल जाती है। भाई मती दास जी गुप्त हुंदे ने। हुण ये जिहड़े करामात दिखाउण वाले बोल उन्हां गलूए चों कहे सी ना, औरंगजेब दे दरबारियां ने अहलकारां ने सुन लए, बड़ा गुस्से विच आए ते कहंदे इहनूं सख्त तो सख्त सज़ा दित्ती जावेगी। वो जानते ने भाई मती दास, भाई सती दास, भाई दयाला जी गुरु दे अनंत सिख ने। ते जे गुरु तेग बहादुर दे सावें इन्हां नूं तड़पा तड़पा के तसीहे दे दे के दुखदायक मौत दित्ती जावे ते अपने निकटवर्ती सिखां दी तड़प तड़प के हुंदी मौत नूं वेख के शायद गुरु कंब जावे, डर जावे ते दीने इस्लाम कबूल करे। गुरु इस्लाम विच आ गया ते भारत वर्ष दे सारे हिंदू अपने मुरशद दे पिछे जंजू ला के कलमा पढ़ लैणगे। ये विਉਂਤ घड़ी गई है। और समा मुकरर केड़ा करते ने, जगह मुकरर केड़ी करते ने, वो है चांदनी चौक दा खुला बाजार। उत्थे भीड़ बड़ी है। डंके ते चोट करके इन्हां सब नूं मौत दे घाट उतारिया जावेगा। लोग ये मंजर वेख के भयभीत होणगे ते सिੱਖੀ दी लहर चल रही है भारत विच, उसनूं ठल पवेगी। लोग तौबा करनगे, सिख नहीं बनणगे। सो सिखिज़म, हिंदूइज़म ये सब खत्म हो जाएगा भारत विचों। तिन्ना सिखां नूं ये सोच के शहीद किया जाता है। उन्हां चों भाई मती दास की गल करा। मौलवियां दे फतवे अनुसार भाई मती दास नूं लकड़ दियां गेलियां नाल बन्निया जावेगा ते फिर लकड़ां चीरन वाला आरा लिया के सीस ते टिका के उसनूं चीर दिता जावेगा। तैयारी की गई है। मौलवियां उत्थे दो गल्लां कहीआं ने, अहलकारां दो बचन कहे ने। कहंदे हुण भी समा है, इस्लाम कबूल कर ला, ते जे नहीं कबूल करनी ते आखिरी इच्छा दस। ते भाई मती दास ते बोल सन, सर्ब धर्म में श्रेष्ठ धर्म, हर को नाम जप निर्मल कर्म। साडा धर्म है अकाल पुरख नूं मनना, अकाल पुरख दे गीत गाउणे, यही श्रेष्ठ धर्म है, सिख धर्म है। असीं कलमा नहीं पढ़ते, गुरु दा बख्शिया सिख धर्म मैं नहीं छड्डांगा। कहंदे फिर आखिरी इच्छा दस। भाई मती दास ने यह बचन कहा सी, ठीक है मैं अडोल हाँ, अडिग हाँ, पर मेरी एक इच्छा है, किते अखीरले श्वासां तक भी तिलकणबाजी बड़ी है, मन डोल ना जावे। मेरा आसरा मेरा गुरु तेग बहादुर है। जदों मैनू मौत देण लगो, तसीहे देण लगो, तो मेरा मुख मेरे गुरु वल चाहिदा है। हुण ये अखीरली शर्त रखी गई। दोवां फट्टियां दे विच बन के इहदा चेहरा गुरां वल कीता गया। पिंजरे विच पातशाह कैद सन, सिर ते आरा रखिया गया। नेत्रां नाल अपने गुरु दे दिदारे करदा है। वो गुरु है जिहड़ा निरभौ है, ते जिहड़ा इस गुरु दी शरण आ जांदा है, महाराज कहंदे निरभै पावै बास, उहनूं मौत दा भै नहीं रहिंदा। दो तख्त मों दिया बंधाए, जलादन को हुक्म करवाया, आरे सो तिस तन चीराया। दोवां फट्टियां विच बन के जलादा नूं हुक्म कीता, सिर ते आरा रख के चीर दिओ। आरा चलन लगा। गुरु तेग बहादुर साहब दे दिदारे करदा भाई मती दास जपजी पढ़न लगा। आरे ने खोपड़ चीर दिता। जपजी साहब चलदा गया। शरीर
दो फाड़ हो गया। इतिहास विच ये बचन दर्ज ने, अर्धो अर्ध चिराए सो डारा, परयो पृथ्वी पर हवै दो फारा, दोनों तन ते जपजी पढ़ै, हेरत सबके अच रज बढ़ै। तन चीरिया गया, टुकड़े हो गए, हर रोम दे विचों जपजी दी आवाज़ आ रही सी। इनू गुरु ग्रंथ साहब कहंदे ने, गुरमुख रोम रोम हर ध्यावै, नानक गुरमुख साच समावै। आरा चलदा होवे, दर्द नाल बंदा कुरला उठदा है, भै भीत हुंदा है, जान बचाउण लई कीरने पाउंदा है। ये गुरु तेग बहादुर साहब दी शरण दा नतीजा है। भाई मती दास दे गलूए चों जपजी चल रही सी, तरा तरा नहीं निकली। ये मौत तो डरदे नहीं जिहड़े गुरु दी शरण आ जाते ने। गुरु परमेश्वर दा स्वरूप है, गुरु परमेश्वर दा अवतार है। जिहड़े गुरु दी शरण आ जाण उन्हां नूं रोगां सोगां दा मौत दा भै नहीं रहिंदा। भाई मती दास जी शहीद होए, भाई सती दास जी शहीद होए, भाई दयाला जी शहीद होए। कुछ व्यापारी सन, व्यापारी गुरां दे सेवक ने, वो बड़े दुखी ने भी गुरां नूं तसीहे दिते जा रहे ने। काजी उल कज़ात वहाब अली इतिहास लिखदा है, जिहड़ा काजी सी बड़ा लालची ते रिश्वतखोर सी। व्यापारियां राय कीती भी इनू लखां रुपया दे के गुरु साहब नूं छुड़वा लिया जावे। मंसावली नामे विच जिक्र है, सिखां जाए मुसदिया रुपया करोड़ देना करया। नावां चरण पढ़ियो कदे मंसावली नामे दा। उन्हां पैसे इकट्ठे कर लए व्यापारियां ने, सिखां ने। महाराज नूं जदों पता लग्या ना ते गिला कीता सी, कहंदे परमात्मा दे हुक्म विच विघन पा रहे हो, तुसीं पैसा दे के मैनूं छुडाउण लगे हो। अज दीन नूं बचाउणा है, धर्म नूं बचाउणा है, सच दी खातर मैं आपा वारना है, ते तुसीं परमात्मा दे इस भाणे विच दखल दे रहे हो, ठीक नहीं है। सीस है सुपना, इस अंत है जाना, रजाए साईं दी सीस पर, जो होवै उसदा भाणा। असीं भाणा मनना है। महाराज ने मना कर दिता। शहादत दी अवधि माणी, वो शहीद होया ते हिंदू धर्म सुरजीत होया। तिलक जंजू राखा प्रभ तांका कीनो बड़ो, कलू मैं साका। जदों मुरशद कलमा ना पढ़े ते औरंगजेब ने कसम खाधी सी, जे मुरशद झुक जावे ते सनातन मत झुक के कलमा पढ़ेगा, मुरशद नहीं झुकिया तो सनातन मत वल मंदी नज़र नहीं पावेगा औरंगजेब। मुरशद साडा नहीं झुकिया, सनातन मत हिंदूइज़म बच गया, सिख जगत बच गया, जंजू दी रखिया हुई। ये सारे किसे वल ध्यान दो तो एक गल दी समझ आउंदी है, गुरां नूं मौत दा भै नहीं है, गुरु दे सेवकां नूं मौत दा भै नहीं है। बाणी कहंदी भै रच रहै सो निरभौ होए, जैसा सेवै तैसा होए। ਜਿਹੜੇ अकाल पुरख ਦੇ डर ਵਿੱਚ ਰਹਿੰਦੇ ਨੇ ਉਹਨਾਂ ਨੂੰ ਹੋਰਾਂ ਦਾ ਡਰ ਨਹੀਂ ਰਹਿੰਦਾ। ਜਿਹੜੇ अकाल पुरख ਵਿੱਚ ਰਚ ਗਏ ਉਹ अकाल पुरख ਦਾ ਹੀ ਰੂਪ ਹੋ ਗਏ। ਜਿਹੜੇ ਸ਼ਹੀਦ ਸਿੰਘ ਗੁਰੂ ਦੇ ਚਰਨਾਂ ਵਿੱਚ ਭੌਰੇ ਬਣ ਗਏ, ਕਦਮ ਬੋਸੀ ਕਰ ਗਏ, ਗੁਰੂ ਦਾ ਰੂਪ ਹੋ ਨਿਬੜੇ, ਉਹਨਾਂ ਨੂੰ ਡਰ ਨਹੀਂ ਰਹਿੰਦਾ। ਨਰ ਨਿਹ ਕੇਵਲ ਨਿਰਭਉ ਨਾਓ, ਅਨਾਥ ਹੈ ਨਾਥ ਕਰੈ ਬਲ ਜਾਓ। ਜਿਹੜਾ ਅਕਾਲ ਪੁਰਖ ਦੇ ਨਾਮ ਦਾ ਆਸਰਾ ਤੱਕਦਾ ਹੈ ਉਹ ਅਨਾਥ ਤੋਂ ਨਾਥ ਵਾਲਾ, ਖਸਮ ਵਾਲਾ ਹੋ ਨਿਬੜਦਾ ਹੈ। ਨਾਮ ਤੋਂ ਬਿਨਾਂ ਨਿਰਭਉ ਪਦ ਤੈਨੂੰ ਹੋਰ ਕੋਈ ਨਹੀਂ ਦੇ ਸਕਦਾ। ਮੌਤ ਦਾ, ਜਮਾਂ ਦਾ, ਰੋਗਾਂ ਸੋਗਾਂ ਦਾ ਭੈ ਨਾਮ ਹੀ ਮਿਟਾਉਂਦਾ ਹੈ। ਪੁਨਰਪ ਜਨਮ ਨਾਹੀ ਗੁਣ ਗਾਓ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪੁਨਰਪ ਜਨਮ ਉਹਦਾ ਨਹੀਂ ਹੋਵੇਗਾ ਜਿਹੜਾ ਅਕਾਲ ਪੁਰਖ ਦੇ ਗੀਤ ਗਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਵੇਗਾ। ਉਹਦਾ
ਜੰਮਣ ਮਰਨਾ ਕੱਟਿਆ ਜਾਵੇਗਾ। ਸੱਚਾ ਪਰਸਨ ਇਜ਼ ਨੋਟ ਰੀਇਨਕਾਰਨੇਟਡ, ਉਹਨੂੰ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ, ਉਹ ਨਿਰਭੈ ਹੋ ਜਾਂਦਾ ਹੈ। ਸੋ ਐਸੀ ਮੇਰੇ ਪਾਤਸ਼ਾਹ ਦੇ ਪਾਕ ਸ਼ਲੋਕ ਦੀ ਵਿਚਾਰ ਹੈ। ਮਹਾਰਾਜ ਕਹਿੰਦੇ ਜਨਮਾਂ ਜਨਮਾਂ ਵਿੱਚ ਪਾਉਂਦਾ ਰਿਹਾ ਹੈ, ਮੌਤ ਦਾ ਭੈ ਖਤਮ ਕਰਨਾ ਹੈ, ਰੋਗ ਸੋਗ ਮਿਟਾਉਣੇ ਨੇ, ਤੇ ਅਕਾਲ ਪੁਰਖ ਦੇ ਗੀਤ ਗਾਇਆ ਕਰ, ਤੈਨੂੰ ਨਜਾਤ ਮਿਲ ਜਾਵੇਗੀ, ਤੇਰੇ ਰੋਗ ਸੋਗ ਮਿਟ ਜਾਣਗੇ। ਸੋ ਮਹਾਰਾਜ ਅਗਲੇ ਸ਼ਬਦ ਦੇ ਵਿੱਚ ਫੁਰਮਾਨ ਕਰਦੇ ਨੇ, ਸਾਡੇ ਲਈ ਹੁਕਮ ਕਰਦੇ ਨੇ। 703 ਅੰਗ ਉੱਤੇ ਇਹ ਪਾਕ ਬਾਣੀ ਸ਼ਸ਼ੋਭਤ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨੌਵਾਂ। ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ। ਰਹਾਓ। ਦੁਨੀਆ ਮਿਥਿਆ ਹੈ, ਪਰਮਾਤਮਾ ਸੱਤ ਹੈ, ਦੁਨੀਆ ਅਸੱਤ ਹੈ। ਇਸ ਸ਼ਬਦ ਰਾਹੀਂ ਪਾਤਸ਼ਾਹ ਸਮਝਾਉਂਦੇ ਨੇ, ਜੋ ਹੈ ਅਸੱਤ ਉਹਦਾ ਮੋਹ ਕਾਹਦਾ, ਜੋ ਨਾਲ ਹੀ ਨਹੀਂ ਆਇਆ ਨਾਲ ਜਾਵੇਗਾ ਵੀ ਨਹੀਂ। ਜੋ ਨਾਲ ਹੈ ਜੋਤ ਸਰੂਪ ਪਰਮੇਸ਼ਵਰ, ਉਸ ਦੇ ਲੜ ਲੱਗ, ਉਹ ਛੱਡ ਕੇ ਨਹੀਂ ਜਾਂਦਾ। ਜਦੋਂ ਛੱਡ ਕੇ ਨਹੀਂ ਜਾਵੇਗਾ ਤੇ ਰੋਗ ਕਾਹਦੇ, ਸੋਗ ਕਾਹਦੇ, ਦੁੱਖ ਕਾਹਦਾ, ਵਿਛੋੜਾ ਕਾਹਦਾ, ਤਕਲੀਫ ਕਾਹਦੀ। ਸੱਚਾ ਵਿਚਾਰ ਇਹੀ ਹੈ। ਇਹਨੂੰ ਮਹਾਰਾਜ ਕਹਿੰਦੇ ਪਕੜ ਲਾ। ਸੱਚਾ ਦਾ ਭਾਵ ਹੈ ਸੱਤਿਆਵਾਦੀ, ਜੋ ਸਦੀਵੀ ਰਹਿਣ ਵਾਲਾ ਹੈ, ਜੋ ਬਿਨਾਂ ਮਿਲਾਵਟ ਤੋਂ ਹੈ, ਜੋ ਬੜਾ ਖਰਾ ਹੈ, ਉਹ ਸੱਚ ਸਰੂਪ ਪਰਮਾਤਮਾ ਹੈ। ਗਹਿ ਦਾ ਮਤਲਬ ਹੈ ਗ੍ਰਿਫਤ ਵਿੱਚ ਲੈਣਾ। ਇਹ ਸੱਚਾ ਵਿਚਾਰ ਮਨ ਵਿੱਚ ਟਿਕਾ ਲੈ, ਮਨ ਦੀ ਗ੍ਰਿਫਤ ਵਿੱਚ ਲੈ ਲੈ, ਇਹਨੂੰ ਮਨ ਵਿੱਚ ਧਾਰਨਾ ਕਰ। ਵਿਚਾਰ ਦਾ ਭਾਵ ਹੈ ਤਤਵ ਦਾ ਨਿਰਣਾ। ਅਸਲ ਇਹੀ ਵਿਚਾਰ ਦੁਨੀਆ ਦੀ ਸੱਚੀ ਹੈ। ਖੁਦਾ ਸੱਚ ਹੈ, ਬਾਕੀ ਸਭ ਝੂਠ ਹੈ। ਅਸੀਂ ਝੂਠਿਆਂ ਵਿਚਾਰਾਂ ਵਿੱਚ ਜੀਵਨ ਬਿਤਾ ਰਹੇ ਹਾਂ, ਖੁਦਾ ਨੂੰ ਅਸੀਂ ਮੰਨਦੇ ਨਹੀਂ। ਜੋ ਝੂਠ ਹੈ, ਜੋ ਮਾਇਆ ਹੈ, ਉਸ ਨੂੰ ਸੱਚ ਕਰਕੇ ਜਾਣਦੇ ਹਾਂ। ਇਹ ਸੱਚਾ ਵਿਚਾਰ ਕੀ ਹੈ? ਅਗਲੇ ਬੋਲ ਨੇ ਪਾਤਸ਼ਾਹ ਦੇ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ। ਮਹਾਰਾਜ ਕਹਿੰਦੇ ਜੋ ਰਾਮ ਹੈ, ਜਿਹਦੇ ਵਿੱਚ ਜੋਗੀ ਜਨ ਰਮਣ ਕਰਦੇ ਨੇ, ਹਰ ਜ਼ਰੇ ਵਿੱਚ ਸਮਾਇਆ ਸਰਬ ਵਿਆਪੀ ਪਰਮਾਤਮਾ, ਕਹਿੰਦੇ ਉਹ ਸਦੀਵੀ ਹੈ। ਇੱਥੇ ਰਾਮ ਦਾ ਮਤਲਬ ਰਾਮ ਚੰਦਰ ਜੀ ਮਹਾਰਾਜ ਨਹੀਂ, ਉਹਨਾਂ ਬਾਰੇ ਵੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ। ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ। ਅਸਲ ਰਾਮ ਚੰਦਰ ਜੀ ਮਹਾਰਾਜ ਵੀ ਉਸ ਰਮੇ ਹੋਏ ਰਾਮ ਨੂੰ, ਅਕਾਲ ਪੁਰਖ ਨੂੰ ਗਾਉਂਦੇ ਨੇ, ਜੋ ਸਦੀਵੀ ਹੈ। ਸੋ ਇੱਥੇ ਰਾਮ ਦੀ ਬਾਤ ਹੈ, ਜੋ ਰਮਿਆ ਹੋਇਆ ਅਕਾਲ ਪੁਰਖ ਹੈ। ਰਮਤ ਰਾਮ ਸਭ ਰਹਿਓ ਸਮਾਏ। ਕਹਿੰਦੇ ਉਹ ਹਰ ਯੁੱਗ ਵਿੱਚ, ਹਰ ਜ਼ਰੇ ਵਿੱਚ ਵਸਦਾ ਹੈ। ਉਹਦੇ ਤੋਂ ਬਿਨਾਂ ਬਾਕੀ ਸਭ ਮਿਥਿਆ ਹੈ, ਅਸੱਤ ਹੈ, ਜੋ ਸਦਾ ਇੱਕ ਰਸ ਨਹੀਂ ਰਹਿੰਦਾ। ਸਾਰਾ ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਮਹਾਰਾਜ ਕਹਿੰਦੇ ਮਿਥਿਆ ਸਮਝੋ। ਸੰਸਾਰ ਕੀ ਹੁੰਦਾ ਹੈ? ਜੋ ਸੰਸਰਣ ਕਰੇ, ਜੋ ਵਾਧਾ ਘਟਦਾ ਰਵੇ, ਬਦਲਦਾ ਰਵੇ। ਆਗਾਜ਼ ਹੁੰਦਾ ਹੈ, ਜਾਣਾ ਹੁੰਦਾ ਹੈ, ਇਉਂ ਸੰਸਾਰ ਚੱਲਦਾ ਰਹਿੰਦਾ ਹੈ। ਸੰਸਾਰ ਵੈਸੇ ਮਗਰਮੱਛ ਨੂੰ ਵੀ ਕਹਿ ਦਿੰਦੇ, ਨਿਹੰਗ ਨੂੰ ਵੀ ਕਹਿ ਦਿੰਦੇ ਨੇ, ਜੋ ਬੜਾ ਭਿਅੰਕਰ ਹੈ, ਤਾਕਤਵਰ ਹੈ। ਸੋ ਮਹਾਰਾਜ ਨੇ ਆਪਣੀ ਕੌਮ ਲਈ ਲਫ਼ਜ਼ ਨਿਹੰਗ ਵਰਤਿਆ ਸੀ। ਨਿਹੰਗ ਸਿੰਘ ਬੜੇ ਘਾਤਕ ਨੇ ਦੁਸ਼ਮਣਾਂ ਦੇ ਲਈ, ਸ਼ਸਤਰਧਾਰੀ ਨੇ। ਇਹ ਬੜੇ ਬੋਲ ਸਾਡੇ ਅੰਦਰ ਵੀਰ ਰਸ ਪੈਦਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ੇ। ਅਸੀਂ ਮਜ਼ਾਕ ਬਣਾ ਦਿੰਦੇ ਕਈ ਵਾਰ ਇਹਨਾਂ ਬੋਲਾਂ ਦਾ। ਇਹਨਾਂ ਬੋਲਾਂ ਨੂੰ ਸੁਣ ਕੇ ਹੀ ਮੁਗਲਿਆ ਸਲਤਨਤ ਕੰਬ ਉੱਠਦੀ ਸੀ। ਇਹਨਾਂ ਜਕਾਰਿਆਂ ਨੂੰ ਸੁਣ ਕੇ ਹੀ ਮੁਗਲਿਆ ਸਲਤਨਤ ਡੋਲ ਉੱਠਦੀ ਸੀ। ਇਸ ਬੁਲੰਦ ਫਤਿਹ ਨੂੰ ਸੁਣ ਕੇ ਥਰਥਰਾ ਜਾਂਦਾ ਸੀ ਦੁਸ਼ਮਣ। ਐਸੇ ਭਾਰੇ ਬੋਲ ਬਾਪੂ ਨੇ ਸਾਨੂੰ ਬਖਸ਼ੇ ਨੇ। ਖੈਰ, ਸੰਸਾਰ ਤੋਂ ਭਾਵ ਹੈ ਜੋ ਬਦਲਦਾ ਹੈ, ਸੰਸਰਣ ਕਰਦਾ ਹੈ। ਕਹਿੰਦੇ ਇਹ ਸੰਸਾਰ ਸਦੀਵੀ ਨਹੀਂ ਹੈ, ਬਦਲਦਾ ਹੈ, ਘਟਦਾ ਰਹਿੰਦਾ ਹੈ, ਵੱਧਦਾ ਰਹਿੰਦਾ ਹੈ। ਇੱਕ ਅਕਾਲ ਪੁਰਖ ਹੀ ਸਦੀਵੀ ਹੈ,
वो सदा रहन वाला है। बाकी सब महाराज कहते मिथ्या है, ना रहन वाला है। बाणी का फरमान है ना, बरन चिहन नाही किश रचना, मिथ्या सगल पसारा। भणत नानक जब खेल उजारै, तब एक एकंकारा। कहते परमात्मा दुनिया साजदा एक तो अनेक हुंदा है, फिर ये खेल नूं उजाड़ दिंदा है, दुनिया नूं गर्क करके फिर अनेक तो एक ही रह जाता है। सो ये सारा जितना भी खेल है ये महाराज कहते मिथ्या है, ਇਹਦੇ ਵਿੱਚ सच्चाई कोई नहीं। जिमें बच्चा घड़ी पल लई रेता दा महल बनाउंदा है तो फिर ढा दिंदा है, दुनिया की सच्चाई इन्नी की है। बाणी का फरमान है, जितने साहा पात साहा उमराव सिकदार चौधरी, सब मिथ्या झूठ भाओ दूजा जान। चाहे तू राजा है, तू चौधरी है, तू निर्धन है, तू सरदन है, महाराज कहते तेरी जड़ सदीवी नहीं है, तू सुपने दी न्याई है, अज है कल नूं मिट जावेगा। हर अविनाशी सदा थिर निहचल, तिस मेरे मन भज परवान। एक अकाल पुरख ही सदीवी है, उहदे गीत गाते परवान हो जा, जीवन सफला हो जावे, बाकी सब मिथ्या है। एक कवि ने बोल के कहता, दुनिया से दिल लगा कर दुनिया से क्या मिलेगा, यादें खुदा किए जा, तुझको खुदा मिलेगा। दौलत हो या हुकूमत, ताकत हो जा जवानी, हर चीज़ मिटने वाली, हर चीज़ आनी जानी। कहते चाहे जवानी है, पैसा है, तख्तो ताज है, रहना कुछ भी नहीं। अकाल पुरख एक रहन वाला है, उसनों याद करया कर, वो तेरा मरण सवार देवेगा, वो तेरा जन्म सवार देवेगा, तेरे रोग शोक खत्म कर देवेगा। विश्राम दे के पातशाह फरमाउंदे ने, जाको जोगी खोजत हारे, पायो नाहे तेहे पारा। कहते जेड़ा परमात्मा है ना, ਉਹਦੇ ਸਮੁੱਚੇ ਗੁਣਾਂ ਦਾ ਪਾਰਾਵਾਰ ਪਾਉਣਾ, ਅੰਤ ਪਾਉਣਾ, ਪਰਲਾ ਕੰਢਾ ਲੱਭਣਾ ਉਹਦੀ ਤਾਕਤ ਦਾ ਨਾਮੁਮਕਿਨ ਹੈ। ਕਹਿੰਦੇ ਆਮ ਇਨਸਾਨ ਦੀ ਤੇ ਛੱਡੋ, ਜਿਹੜੇ ਯੋਗ ਅਭਿਆਸੀ ਨੇ। ਜੋਗੀ ਕੀ ਹੈ? ਸਿੱਖ ਜਗਤ ਵਿੱਚ ਜੋਗੀ ਕਿਹਾ ਜਾਂਦਾ ਹੈ ਜੋ ਆਤਮਾ ਵਿੱਚ ਜੁੜਿਆ ਹੈ, ਅਕਾਲ ਪੁਰਖ ਨਾਲ ਜੋ ਜੁੜਿਆ ਹੈ, ਜਿਹਨੂੰ ਬਾਣੀ ਕਹਿੰਦੀ ਹੈ ਅਨ ਦਿਨ ਜਾਗੈ सच लिव लावै, सो जोगी मेरा मन भावै। जेड़ा अकाल पुरख विच जुड़िया है। आम दुनिया विच जोगी कहा जाता जो गोरखनाथ दे मत अनुसार जीवन बतीत करते हैं। जिवें बाणी च आउंदा ना, जोगी गोरख गोरख करया, जेड़े गोरख नूं जपदे ने। कहंदे चाहे गोरख नूं जपण वाले जोगी ने, चाहे कोई ऐसा जोगी है जिहड़ा रब विच जुड़िया है। एक दृष्ट कर संसर जाणै, जोगी कही है सोई जो हर जरे च रब नूं जाणदा है। कहंदे इन्हां सारियां ने खोज कीती, ढूंढ कीती, तलाश कीती, पर पारा परला कंढा अकाल पुरख दा ये भी नहीं पा सके। ऊचे ते ऊचा दरबारा, कहण ना जाई अंत ना पारा। अकाल पुरख बड़ा उच्चा है। समुंदर का तो कंढा नज़री आ जाता है, वह कोई कंढा नज़री नहीं आता। गहर गंभीर अथा स्वामी अतुल ना जाई क्या मिना। समुंदर भी मिणिया जा सकता है पर खुदा मिणिया नहीं जा सकता। अंत ना पारा कीमत नहीं पाई, आपे दया करे सुखदाता गुणमय गुणी समाया। सागरां दा अंत नहीं पैंदा, सागरां विच अभेद होया जा सकता है। परमात्मा दा अंत नहीं पैंदा। कुजे विच समुंदर नहीं समाउंदा, कुजा समुंदर विच समा सकता है। तू परमात्मा विच समा सकता है। सो महाराज कहंदे बड़े बड़े जोगी जन भी ओहदा अंत नहीं पा सके।
अगे पातशाह आखन लगे, सो स्वामी तुम निकट पछानो, और रूप रेख ते न्यारा। वो सारियां दा स्वामी है, भरता है, खसम है, मालक है, आका है, साडे सिर दा साई है। महाराज कहंदे वो तेरे निकट ही है, जोत बन के समाया है तेरे विच, वो बड़ा नज़दीक है तेरे। कह रविदास हाथ पै नेड़े, हथों भी नेड़े है। भाई नंद लाल जी दी फारसी दी एक गज़ल है, खुदा हाजिर बवद दायम बबी दीदार पाकशरा, ना गिरदाबे दरो हासिल, ना दरिया ना ओ ना साहिल हा। कहते परमात्मा हाजिर है, प्रतख है, मौजूद है। वो कोई घूमन घेरी नहीं है जिहदी खोज ना की जा सके। ना वो दरिया है ना वो नदी है, क्योंकि इन्हां दे कंढे हुंदे ने, परमात्मा दा कंढा ही कोई नहीं है। वो हर जरे विच मौजूद है। वेखण वाली अख होवे ते दर्शन दिंदा है। नामे देख नारायण हसे, जिवें नामदेव जी नूं दर्शन दिते। सो महाराज पातशाह कहंदे, हर हर निकट वसै सब जग कै, अपरंपर पुरख अतोली। वो सारियां दे नेड़े है। हर हर प्रगट कियो गुरपुरै, सिर वेचियो गुर पै मोली। पर दर्शन उसनूं दिंदा है जिसने गुरु दे चरनां विच सिर झुकाया। गुरु दा ही निर्गुण स्वरूप अकाल पुरख है। जिसने गुरु दे दिदारे कर लए, वो खुदा दे दिदारे कर लैंदा है। जोत रूप हर आप गुरु नानक कहायो। सो गुरु दे चरनां विच अभेद होया उहदी प्राप्ति है। जे तुसी निर्गुण तौर ते उहदा रूप वेखना चाहो, कहंदे उहदा आकार ही कोई नहीं है। सरगुण तौर ते वो गुरु दा रूप है। इत्थे महाराज पातशाह दीन दुनिया दे मालक कहंदे ने, वो तुहाडे नेड़े है, पर इस गल दा ख्याल रखियो, ना रूप है ते ना उहदी कोई रेखा है। रेखा दा भाव कोई लकीर नहीं है उहदे हत्थां दी। जदों रूप ही है नहीं, मूरत ही है नहीं, ते लकीर कादी है निर्गुण स्वरूप दी। रेख तो भाव है क्रोध, उहदे च क्रोध भी नहीं है। वो दुनिया विच वसदा होया भी सब तो न्यारा रहिंदा है, जुदा रहिंदा है। जिवें सूरज दीयां किरणां हर जरे ते पै के भी सूरज साडे नालों वख है, न्यारा है। सो परमात्मा ऐसा है। जिवें कलगीधर कहंदे ने ना, देश और ना भेस जाकर, रूप रेख ना राग, जतर ततर दिशा विसा होए फैलियो अनुराग। जिवें खुशबोई दिखदी नहीं पर फुल्लां विच मौजूद है, परमात्मा प्रेम बन के हर जरे विच समाया है। पर वो निर्गुण दा ना कोई रूप ते ना कोई रेखा है, ना राग रंग रूप हैं, ना रोग राग रेख हैं, अदोख अदाग अदग हैं, अपूत अप्रम अपेख है। पातशाह उहदे बाबत कहंदे ने, ना तात मात जात है, ना पात चिन्ह वर्ण है, अदेख असेख अपेख हैं, सदीव विश्व भरन है। ना माता है ना पिता है, ना रूप है ना रेखा है, फिर भी हर जरे विच मौजूद है। जिवें साडी अकिरती शीशे विच समाई है, फुल्लां च खुशबोई है, परमात्मा हर जरे विच है। तिस रूप ना रेख अदृष्ट, कहो जन क्यों ध्याइयै, निरंकार निरंजन हर अगम क्या कह गुण गाइए। गुरु नूं पुछियो, पातशाह उहदी रूप रेखा नहीं, उहनूं किवें गाइए? जिस आप बुझाए आप, सो हर मार्ग पाइए, गुर पूरा वेखालिया, गुर सेवा ते पाइए। जिहड़ा किसे नूं नज़री नहीं आउंदा, गुरु नानक दे चरनां विच आया नज़री आ जांदा है। गुरु ही दिखाउण वाला है। सो महाराज अगे कहंदे ने, पावन नाम जगत में हर को कबहू नाहे संभारा। कहंदे अरदास करो परमात्मा अगे, हे परमात्मा तेरा जोगी जन अंत नहीं पा सके, असीं अंत की पाउणा सी। तेरा नाम बड़ा पवित्र है, पावन है। जेड़ा भी जपदा है वो
ਮਹਾਰਾਜ ਪਾਕ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਉਹਦੇ ਚੋਂ ਕਾਮ ਕ੍ਰੋਧ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ। ਤੇਰਾ ਜਿਹੜਾ ਨਾਮ ਹੈ ਨਾ, ਜੋ ਤੇਰੇ ਪਾਕ ਨਾਮ ਨੇ, ਜੋ ਸਾਡੇ ਤੇ ਅਹਿਸਾਨ ਕਰਦਾ ਹੈ, ਕਰਮ ਨਾਮ, ਕਰਮ ਕਰਦਾ ਹੈ, ਕਰੀਮ ਹੈ, ਰਹਿਮ ਕਰਦਾ ਹੈ, ਰਹੀਮ ਹੈ, ਐਸੇ ਜਿੰਨੇ ਵੀ ਤੇਰੇ ਨਾਮ ਨੇ ਜੋ ਬੜੇ ਪਵਿੱਤਰ ਨੇ, ਪਾਕ ਕਰਨ ਵਾਲੇ ਨੇ, ਜਿਹੜਾ ਵੀ ਤੇਰੇ ਨਾਮ ਦਾ ਅਭਿਆਸ ਕਰਦਾ ਹੈ ਨਾ, ਉਹ ਭਵਸਾਗਰ ਤੋਂ ਤਰਦਾ ਹੈ। ਪਰ ਅਸੀਂ ਇਸ ਜਗਤ ਤੋਂ ਪਾਰ ਨਹੀਂ ਲੰਘ ਸਕਦੇ। ਉਹਦਾ ਕਾਰਨ ਹੈ ਤੇਰਾ ਨਾਮ ਕਦੇ ਸੰਭਾਲਿਆ ਹੀ ਨਹੀਂ ਹੈ, ਜਪਿਆ ਹੀ ਨਹੀਂ ਹੈ। ਐ ਸਭ ਨੂੰ ਹਰਿਆ ਭਰਿਆ ਕਰਨ ਵਾਲੇ ਪ੍ਰਮਾਤਮਾ, ਹਰ ਕੋ ਕਬਹੂ ਨਾਹੇ ਸੰਭਾਰਾ। ਤੇਰੇ ਹਰਿਆ ਭਰਿਆ ਕਰਨ ਵਾਲੇ ਨਾਮ ਨੂੰ ਮੈਂ ਜਪਿਆ ਹੀ ਨਾ, ਜੀਵਨ ਅਜਾਈਂ ਬੀਤਦਾ ਗਿਆ, ਤੇਰੇ ਨਾਮ ਨੂੰ ਸਾਂਭਿਆ ਹੀ ਨਾ, ਤੇਰੀ ਤਲਾਸ਼ ਹੀ ਨਾ ਕੀਤੀ। ਹੁਣ ਤਰਲਾ ਲੈਣਾ ਹੈ। ਪਾਤਸ਼ਾਹ ਕਹਿੰਦੇ ਖੁਦਾ ਅੱਗੇ, ਨਾਨਕ ਸ਼ਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਮਹਾਰਾਜ ਕਹਿੰਦੇ ਐ ਪਰਮੇਸ਼ਵਰ, ਐ ਜਗਤ ਦੇ ਮਾਲਕ, ਤੇਰੀ ਸ਼ਰਨ ਆਏ ਹਾਂ, ਤੇਰੀ ਓਟ ਵਿੱਚ ਆਏ ਹਾਂ। ਹੁਣ ਤੇਰਾ ਹੀ ਆਸਰਾ ਹੈ। ਉਮਰਾਂ ਬਤੀਤ ਹੋ ਗਈ ਹੈ, ਤੇਰੇ ਗੀਤ ਨਹੀਂ ਗਾਏ, ਜੀਵਨ ਵਿਅਰਥ ਜਾ ਰਿਹਾ ਹੈ। ਹੇ ਸੰਸਾਰ ਦੇ ਮਾਲਕ, ਜਗਤ ਦੇ ਪ੍ਰਤਪਾਲਕ, ਦੁਨੀਆ ਨੂੰ ਰਚਣ ਵਾਲੇ, ਤੇਰੇ ਚਰਨਾਂ ਦੇ ਵਿੱਚ ਅਸੀਂ ਬੰਧਨ ਕਰਦੇ ਹਾਂ, ਅਸੀਂ ਸਿਰ ਝੁਕਾਉਂਦੇ ਹਾਂ, ਪ੍ਰਣਾਮ ਕਰਦੇ ਹਾਂ। ਤੇਰਾ ਜਿਹੜਾ ਬਿਰਦ ਹੈ ਨਾ, ਤੇਰਾ ਜਿਹੜਾ ਮੁੱਢ ਕਦੀਮੀ ਸੁਭਾਅ ਹੈ, ਉਹ ਹੈ ਤੂੰ ਸ਼ਰਨ ਆਇਆਂ ਦੀ ਰੱਖਿਆ ਕਰਦਾ ਹੈ। ਤੇਰਾ ਰੋਜ਼ ਦਾ ਪਾਵਨ ਧਰਮ ਹੀ ਇਹ ਹੈ, ਤੂੰ ਚਰਨਾਂ ਵਿੱਚ ਆਇਆਂ ਦੀ ਲਾਜ ਰੱਖਦਾ ਹੈ। ਤੂੰ ਜਿਹੜਾ ਬਚਨ ਕਰ ਦਿੱਤਾ ਨਾ ਵੀ ਪਤਤ ਪਾਵਨ ਬਿਰਦ ਹੈ ਤੇਰਾ, ਭਗਤ ਵਸ਼ਲ ਬਿਰਦ ਹੈ ਤੇਰਾ, ਭਗਤਾਂ ਨੂੰ ਤੂੰ ਰੱਖਦਾ ਹੈ, ਇਹ ਤੇਰਾ ਸੁਭਾਅ ਹਰ ਯੁੱਗ ਵਿੱਚ ਹੈ। ਜਿਹੜੇ ਵੀ ਤੇਰੀ ਸ਼ਰਨ ਆਉਂਦੇ ਨੇ, ਤੂੰ ਉਹਨਾਂ ਦੀ ਰੱਖਿਆ ਕਰਦਾ ਹੈ। ਇਹ ਕਹਿਣਾ ਹੈ, ਪ੍ਰਭ ਆਪਣਾ ਬਿਰਦ ਸੁਮਾਰਿਆ, ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਕੰਠ ਲਾਏ ਕੈ ਰੱਖਿਓ ਨਾ, ਲਗੇ ਨਾ ਤਤੀ। ਵਾਓ ਜੀਓ, ਤੂੰ ਤਤੀ ਵਾਹ ਨਹੀਂ ਆਪਣੇ ਪਿਆਰਿਆਂ ਨੂੰ ਲੱਗਣ ਦਿੰਦਾ। ਤੂੰ ਮੌਤ ਦਾ ਭੈ ਦੂਰ ਕਰਦਾ ਹੈ, ਰੋਗ ਸੋਗ ਮਿਟਾਉਂਦਾ ਹੈ। ਇਉਂ ਪ੍ਰਮਾਤਮਾ ਅੱਗੇ ਬੇਨਤੀਆਂ ਕਰਿਆ ਕਰੀਏ, ਮੌਤ ਦਾ ਭੈ ਮਿਟੇਗਾ, ਰੋਗ ਸੋਗ ਮਿਟਣਗੇ, ਜੀਵਨ ਸਫਲਾ ਹੋਵੇਗਾ। ਭੁੱਲ ਚੁੱਕ ਦੀ ਖਿਮਾ ਜੀ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।